ਹਾਲੇਲੂਇਆ। ਰਿਵਰ ਆਫ ਫੇਥ ਮਿਨਿਸਟਰੀ ਗ੍ਰੇਸਫੁਲ ਹਾਊਸ ਚਰਚ ਸਿਸਟਰ ਮਨਜੀਤ ਖੋਖਰ ਵੱਲੋਂ ਸਭ ਨੂੰ ਪਿਆਰ ਭਰੀ ਜੈ ਮਸੀਹ ਦੀ। ਆਓ ਅੱਜ ਅਸੀਂ ਪਰਮੇਸ਼ਵਰ ਜੀ ਦੇ ਪਵਿੱਤਰ ਵਚਨ ਵਿੱਚੋਂ ਕੁਛ ਦੇਖਦੇ ਹਾਂ ਔਰ ਕੁਛ ਮੈਂ ਆਪਣੀ ਜ਼ਿੰਦਗੀ ਦੇ ਬਾਰੇ ਤੁਹਾਨੂੰ ਗਵਾਹੀ ਦੱਸਦੀ ਹਾਂ ਕਿ ਮੈਂ ਕਿਵੇਂ ਪ੍ਰਭੂ ਯਿਸੂ ਮਸੀਹ ਜੀ ਦੀ ਸੇਵਕਾਈ ਦੇ ਵਿੱਚ ਆਈ ਹਾਂ। ਅਸੀਂ ਦੇਖਦੇ ਹਾਂ ਪਰਮੇਸ਼ਵਰ ਜੀ ਦਾ ਪਵਿੱਤਰ ਵਚਨ ਜੋ ਸਾਨੂੰ ਮਿਲਦਾ ਹੈ ਭਵਿਸ਼ਥਾ ਸਾਰ ਦੀ ਪੁਸਤਕ ਉਸ ਦਾ 28 ਬਾਬ ਦੇ 1 ਤੋਂ ਅਸੀਂ 7 ਤੱਕ ਦੇਖਦੇ ਹਾਂ ਪੜ੍ਹ ਕੇ। ਤਾਂ ਇਉਂ ਹੋਵੇਗਾ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ, ਤਾਂ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ। ਹਾਲੇਲੂਇਆ। ਸੋ ਪਰਮੇਸ਼ਵਰ ਜੀ ਦਾ ਪਵਿੱਤਰ ਵਚਨ ਦੱਸਦਾ ਹੈ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਮਨ ਲਾ ਕੇ ਸੁਣੋਗੇ ਤਾਂ ਯਹੋਵਾ ਪਰਮੇਸ਼ਵਰ ਜੀ ਕਹਿ ਰਿਹਾ ਹੈ ਕਿ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰਾਂਗਾ। ਹਾਲੇਲੂਇਆ। ਕਿਉਂਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋ ਤਾਂ ਇਹ ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਉਣਗੀਆਂ, ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲ ਜਾਣਗੀਆਂ। ਅਸੀਂ ਦੇਖਦੇ ਹਾਂ ਕਿਹੜੀਆਂ ਅਸੀਸਾਂ ਹੈ ਜਿਹੜੀਆਂ ਸਾਡੇ ਉੱਤੇ ਆਉਣਗੀਆਂ। ਮੁਬਾਰਕ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਖੇਤ ਵਿੱਚ। ਮੁਬਾਰਕ ਹੋਵੇਗਾ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਡੰਗਰ ਦਾ ਫਲ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ। ਮੁਬਾਰਕ ਹੋਵੇਗੀ ਤੁਹਾਡੀ ਖਾਰੀ ਅਤੇ ਤੁਹਾਡਾ ਪਰਾਤੜਾ। ਮੁਬਾਰਕ ਹੋਵੋਗੇ ਤੁਸੀਂ ਆਪਣੇ ਅੰਦਰ ਆਉਣ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਵਿੱਚ। ਯਹੋਵਾ ਤੁਹਾਡੀਆਂ ਵੈਰੀਆਂ ਨੂੰ ਜਿਹੜੇ ਤੁਹਾਡੇ ਵਿਰੁੱਧ ਉੱਠਦੇ ਹਨ ਤੁਹਾਡੇ ਅੱਗੋਂ ਮਰਵਾ ਸੁੱਟੇਗਾ। ਇੱਕ ਰਾਹ ਥਾਣੀ ਉਹ ਆਉਣਗੇ ਪਰ ਸੱਤੀ ਰਾਹੀਂ ਹੋ ਕੇ ਉਹ ਤੁਹਾਡੇ ਅੱਗੋਂ ਨੱਠ ਜਾਣਗੇ। ਹਾਲੇਲੂਇਆ। ਸੋ ਪਰਮੇਸ਼ਵਰ ਜੀ ਦਾ ਪਵਿੱਤਰ ਵਚਨ ਦੱਸ ਰਿਹਾ ਹੈ ਕਿ ਜੇ ਤੁਸੀਂ ਮੇਰੀ ਆਵਾਜ਼ ਨੂੰ ਮਨ ਲਾ ਕੇ ਸੁਣੋ ਤਾਂ ਮੈਂ ਤੁਹਾਨੂੰ ਉਹ ਬਰਕਤਾਂ ਦੇ ਸਕਦਾ ਹਾਂ ਜੋ ਬਰਕਤਾਂ ਪ੍ਰਾਪਤ ਕਰਨ ਦੇ ਲਈ ਅਸੀਂ ਲੰਬੇ ਛਾਂਬੇ ਘੁੰਮ ਰਹੇ ਹਾਂ ਕਿ ਸਾਨੂੰ ਇੱਥੋਂ ਬਰਕਤ ਮਿਲ ਜੇ, ਇੱਥੋਂ ਬਰਕਤ ਮਿਲ ਜੇ। ਪਰ ਖੁਦਾ ਦੀ ਬਾਣੀ ਦੇ ਵਿੱਚ ਲਿਖਿਆ ਹੈ ਕਿ ਉਹ ਬਰਕਤ ਸਾਨੂੰ ਪਰਮੇਸ਼ਵਰ ਹੀ ਦੇ ਸਕਦਾ ਹੈ। ਜਿਸ ਪਰਮੇਸ਼ਵਰ ਨੇ ਸਾਨੂੰ ਬਣਾਇਆ ਹੈ ਉਹੀ ਸਾਡੇ ਲਈ ਹਰ ਇੱਕ ਚੀਜ਼ ਮੁਹੱਈਆ ਕਰ ਸਕਦਾ ਹੈ। ਹਾਲੇਲੂਇਆ। ਸੋ ਜੇ ਅੱਜ ਤੁਸੀਂ ਪਰਮੇਸ਼ਵਰ ਦੀ ਆਵਾਜ਼ ਮਨ ਲਾ ਕੇ ਸੁਣੋਗੇ ਤਾਂ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰ ਦੇਵੇਗਾ। ਕਿਉਂਕਿ ਜਿਹੜੀਆਂ ਚੀਜ਼ਾਂ ਨੂੰ ਅਸੀਂ ਲੋਚਦੇ ਹਾਂ ਉਹ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲ ਜਾਣਗੀਆਂ। ਹਰ ਇਨਸਾਨ ਚਾਹੁੰਦਾ ਕਿ ਮੇਰੇ ਹਰ ਕੰਮ ਵਿੱਚ ਤਰੱਕੀ ਹੋਵੇ, ਮੈਂ ਸਫਲਤਾ ਨੂੰ ਪ੍ਰਾਪਤ ਕਰਾਂ। ਪਰ ਅਸੀਂ ਕਿਵੇਂ ਪ੍ਰਾਪਤ ਕਰ ਸਕਦੇ ਹਾਂ? ਅਸੀਂ ਆਪਣੇ ਯਹੋਵਾ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨਾ ਹੈ ਜਿਸ ਨੇ ਸਾਨੂੰ ਬਣਾਇਆ ਹੈ। ਉਸ ਪਰਮੇਸ਼ਵਰ ਨੇ ਹੀ ਸਾਡੀ ਰਚਨਾ ਕੀਤੀ ਹੈ। ਇਹ ਸਾਰੀ ਧਰਤੀ ਨੂੰ ਬਣਾਇਆ ਹੈ, ਧਰਤੀ ਆਕਾਸ਼ ਨੂੰ ਬਣਾਇਆ ਹੈ, ਇਨਸਾਨ ਨੂੰ ਬਣਾਇਆ ਹੈ, ਇਨਸਾਨ ਦੀ ਰਚਨਾ ਕੀਤੀ, ਇਨਸਾਨ ਦੇ ਲਈ ਹਰ ਇੱਕ ਚੀਜ਼ ਦਾ ਇੰਤਜ਼ਾਮ ਕੀਤਾ ਹੈ। ਉਹੀ ਪਰਮੇਸ਼ਵਰ ਸਾਡੇ ਲਈ ਸਭ ਕੁਝ ਕਰ ਸਕਦਾ ਹੈ। ਸਿਰਫ ਅਸੀਂ ਉਸ ਦੀ ਆਵਾਜ਼ ਨੂੰ ਆਪਣੇ ਮਨ ਨਾਲ ਸੁਣਨਾ ਹੈ। ਜਦ ਅਸੀਂ ਮਨ ਨਾਲ ਸੁਣਾਂਗੇ ਤਾਂ ਮੰਨ ਲਵਾਂਗੇ ਤਾਂ ਅਸੀਂ ਸਾਰੀਆਂ ਬਰਕਤਾਂ ਨੂੰ ਪ੍ਰਾਪਤ ਕਰ ਲਵਾਂਗੇ। ਸੋ ਕਿਸੇ ਸਮੇਂ ਅਸੀਂ ਕੁਝ ਪ੍ਰਾਪਤ ਕਰਨ ਦੇ ਲਈ ਅਸੀਂ ਕਿਸੇ ਨਾ ਕਿਸੇ ਦੀ ਸੁਣਦੇ ਹਾਂ। ਜਦ ਸਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆ ਜਾਂਦੀਆਂ, ਮੁਸੀਬਤਾਂ ਆ ਜਾਂਦੀਆਂ, ਪਰੇਸ਼ਾਨੀਆਂ ਆ ਜਾਂਦੀਆਂ, ਸ਼ੈਤਾਨ ਘੇਰ ਲੈਂਦਾ ਏ, ਅਸੀਂ ਉਹਦੇ ਤੋਂ ਛੁਟਕਾਰਾ ਪਾਉਣ ਦੇ ਲਈ ਅਸੀਂ ਇਨਸਾਨਾਂ ਦੀ ਸੁਣਦੇ ਹਾਂ। ਇਨਸਾਨ ਕਹਿੰਦੇ ਆ ਤੁਸੀਂ ਇੱਥੇ ਜਾਓਗੇ ਤੁਸੀਂ ਸ਼ਿਫਾ ਪਾਓਗੇ, ਤੁਸੀਂ ਇੱਥੇ ਜਾਓਗੇ ਤੁਹਾਨੂੰ ਬਰਕਤ ਮਿਲੇਗੀ, ਤੁਹਾਡੇ ਕਾਰੋਬਾਰ 'ਚ ਤਰੱਕੀ ਹੋਵੇਗੀ, ਤੁਹਾਨੂੰ ਬੱਚਿਆਂ ਦੀ ਬਰਕਤ ਮਿਲੇਗੀ। ਪਰ ਨਹੀਂ, ਯਹੋਵਾ ਪਰਮੇਸ਼ਵਰ ਕਹਿੰਦਾ ਜੇ ਤੁਸੀਂ ਮੇਰੀ ਆਵਾਜ਼ ਮਨ ਲਾ ਕੇ ਸੁਣ ਲਓ ਤਾਂ ਮੈਂ ਤੁਹਾਨੂੰ ਧਰਤੀ ਦੀਆਂ ਕੌਮਾਂ ਉੱਤੋਂ ਵੀ ਉੱਚਾ ਕਰ ਦੇਵਾਂਗਾ। ਹਾਲੇਲੂਇਆ।
ਸੋ ਮੇਰੀ ਜ਼ਿੰਦਗੀ ਦੇ ਵਿੱਚ ਜਦ ਮੈਂ ਪਰੇਸ਼ਾਨੀ ਦੀ ਹਾਲਾਤ ਵਿੱਚ ਸੀ, ਮੇਰੇ ਸਰੀਰ ਦੇ ਵਿੱਚ ਬਿਮਾਰੀਆਂ ਸੀ, ਮੈਨੂੰ ਸ਼ੈਤਾਨ ਮੇਰੇ ਤੇ ਅਟੈਕ ਕਰਦਾ ਸੀ, ਦੁਸ਼ਟ ਆਤਮਾਵਾਂ ਮੈਨੂੰ ਸਤਾਉਂਦੀਆਂ ਸੀ, ਮੈਂ ਉਹਨਾਂ ਤੋਂ ਛੁਟਕਾਰਾ ਚਾਹੁੰਦੀ ਸੀ ਕਿ ਮੈਂ ਸਭਨਾਂ ਦੀ ਸੁਣਦੀ ਸੀ ਕਿ ਜੇ ਮੈਂ ਜੋ ਵੀ ਕੋਈ ਮੈਨੂੰ ਆਣ ਕੇ ਕਹਿੰਦਾ ਸੀ ਕਿ ਤੁਸੀਂ ਇੱਥੇ ਚਲੋ, ਤੁਸੀਂ ਚੰਗੇ ਹੋ ਜਾਓਗੇ, ਤੁਸੀਂ ਫਲਾਣੀ ਥਾਂ 'ਤੇ ਚਲੋ, ਤੁਸੀਂ ਚੰਗੇ ਹੋ ਜਾਓਗੇ, ਮੈਂ ਉਹਨਾਂ ਦੇ ਪਿੱਛੇ ਲੱਗ ਕੇ ਉਹਨਾਂ ਦੀ ਸੁਣੀ ਤਾਂ ਜਿੱਥੇ ਜਿੱਥੇ ਮੈਨੂੰ ਉਹਨਾਂ ਨੇ ਕਿਹਾ ਮੈਂ ਉੱਥੇ ਉੱਥੇ ਪਹੁੰਚੀ। ਪਰ ਨਹੀਂ, ਮੇਰੀ ਜ਼ਿੰਦਗੀ ਦੇ ਵਿੱਚ ਕੋਈ ਵੀ ਛੁਟਕਾਰਾ ਨਹੀਂ ਆਇਆ, ਕੋਈ ਵੀ ਬਦਲਾਵ ਨਹੀਂ ਹੋਇਆ, ਕੋਈ ਵੀ ਦੁਸ਼ਟ ਆਤਮਾ ਹਿੱਲੀਆਂ ਨਹੀਂ, ਕਿਉਂਕਿ ਉਹ ਯਿਸੂ ਦੇ ਨਾਮ ਤੋਂ ਹੀ ਡਰਦੀਆਂ। ਹਾਲੇਲੂਇਆ। ਕਿਉਂਕਿ ਪਰਮੇਸ਼ਵਰ ਜੀ ਦਾ ਵਚਨ ਦੱਸਦਾ ਕਿ ਤੁਸੀਂ ਮੇਰੀ ਆਵਾਜ਼ ਸੁਣੋਗੇ ਤਾਂ ਤੁਹਾਨੂੰ ਸਾਰੀਆਂ ਬਰਕਤਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲ ਜਾਣਗੀਆਂ। ਸੋ ਅਸੀਂ ਸਭ ਕੁਝ ਪ੍ਰਾਪਤ ਕਰ ਸਕਦੇ ਹਾਂ। ਜਿਵੇਂ ਅਬਰਾਹਮ ਨੇ ਪਰਮੇਸ਼ਵਰ ਦੀ ਸੁਣੀ। ਅਬਰਾਹਮ ਬਜ਼ੁਰਗੀ ਹਾਲਾਤ ਵਿੱਚ ਸੀ। ਅਬਰਾਹਮ ਤੇ ਸਾਇਰਾ ਬੁੱਢੇ ਹੋ ਚੁੱਕੇ ਸੀ। ਉਹਨਾਂ ਨੇ ਪਰਮੇਸ਼ਵਰ ਦੀ ਸੁਣੀ ਤਾਂ ਪਰਮੇਸ਼ਵਰ ਜੀ ਨੇ ਉਹਨਾਂ ਨੂੰ ਬਜ਼ੁਰਗੀ ਹਾਲਾਤ ਵਿੱਚ ਬਲੈਸ ਕੀਤਾ, ਪੁੱਤਰ ਦੀ ਬਰਕਤ ਦਿੱਤੀ, ਉਹ ਮੁਬਾਰਕ ਹੋਏ। ਪਰਮੇਸ਼ਵਰ ਜੀ ਅੱਜ ਵੀ ਕਹਿੰਦੇ ਜੇ ਤੁਸੀਂ ਮੇਰੀ ਆਵਾਜ਼ ਮਨ ਲਾ ਕੇ ਸੁਣੋ ਤੇ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰ ਦੇਵਾਂਗਾ। ਜੋ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸ਼ਿਫਾਵਾਂ ਪਾਉਣ ਦੇ ਲਈ, ਕੁਛ ਨਾ ਕੁਛ ਬਰਕਤ ਪ੍ਰਾਪਤ ਕਰਨ ਦੇ ਲਈ ਅਸੀਂ ਦੂਸਰੀਆਂ ਕੌਮਾਂ ਦੇ ਪਿੱਛੇ ਘੁੰਮਦੇ ਫਿਰਦੇ ਹਾਂ ਕਿ ਸ਼ਾਇਦ ਸਾਨੂੰ ਇਹਨਾਂ ਦਾ ਦੇਵਤਾ ਕੋਈ ਰਾਮ ਦੇ ਦੇ, ਪਰ ਨਹੀਂ। ਕਿਉਂਕਿ ਮੈਂ ਜਦ ਬਚਪਨ ਵਿੱਚ ਸੀ, ਮੈਨੂੰ ਕੁਛ ਸਿਖਾਇਆ ਗਿਆ ਸੀ ਕਿ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚ ਲਿਖਿਆ ਸੀ ਕਿ ਮੇਰੇ ਸਾਹਮਣੇ ਤੇਰੇ ਅੱਗੇ ਕੋਈ ਦੂਸਰਾ ਦੇਵਤਾ ਨਹੀਂ ਹੋਣਾ ਚਾਹੀਦਾ। ਜਦ ਮੇਰੇ ਦਿਮਾਗ ਦੇ ਵਿੱਚ ਉਹ ਵਚਨ ਆਇਆ ਜੋ ਮੈਂ ਬਚਪਨ ਤੋਂ ਸਿੱਖਿਆ ਸੀ, ਜੋ 10 ਹੁਕਮ ਤੁਸੀਂ ਸਭ ਜਾਣਦੇ ਹੋ, ਜੋ ਮੇਰੇ ਦਿਮਾਗ 'ਚ ਆਇਆ ਤਾਂ ਮੈਂ ਸੋਚਿਆ ਕਿ ਪਰਮੇਸ਼ਵਰ ਜੀ ਤੁਹਾਡਾ ਵਚਨ ਤੇ ਦੱਸਦਾ ਕਿ ਮੇਰੇ ਸਾਹਮਣੇ ਤੇਰੇ ਅੱਗੇ ਕੋਈ ਦੂਸਰਾ ਦੇਵਤਾ ਨਹੀਂ ਹੋਣਾ ਚਾਹੀਦਾ, ਤਾਂ ਮੈਂ ਤਾਂ ਦੂਸਰਿਆਂ ਦੇ ਪਿੱਛੇ ਵੀ ਚੱਲ ਰਹੀ ਹਾਂ। ਇਸ ਲਈ ਮੇਰੀ ਜ਼ਿੰਦਗੀ 'ਚ ਆਰਾਮ ਨਹੀਂ ਹੈ, ਮੈਂ ਚੈਨ ਦੇ ਨਾਲ ਸੋ ਵੀ ਨਹੀਂ ਸਕਦੀ। ਦੁਸ਼ਟ ਆਤਮਾਵਾਂ ਮੈਨੂੰ ਬਹੁਤ ਹੀ ਸਤਾਉਂਦੀਆਂ ਨੇ। ਜਦ ਮੇਰਾ ਵਚਨ ਦੀ ਵੱਲ ਖਿਆਲ ਗਿਆ, ਕਿਉਂਕਿ ਪਰਮੇਸ਼ਵਰ ਜੀ ਦਾ ਵਚਨ ਦੇ ਵਿੱਚ ਲਿਖਿਆ ਹੈ, ਕਿਉਂਕਿ ਅਸੀਂ 10 ਹੁਕਮ ਸਭ ਜਾਣਦੇ ਹਾਂ ਕਿ ਪਹਿਲਾ ਹੁਕਮ ਸੱਚਾ ਜਿੰਦਾ ਇੱਕ ਖੁਦਾ, ਤੇ ਦੂਸਰਾ ਹੁਕਮ ਮਿੱਟੀ ਦੇ ਬੁੱਤਾਂ ਦੀ ਪੂਜਾ ਨਹੀਂ ਕਰਨੀ, ਤੀਸਰਾ ਹੁਕਮ ਬੇਫਾਇਦਾ ਖੁਦਾ ਦਾ ਨਾਮ ਨਹੀਂ ਲੈਣਾ, ਵਿਅਰਥ ਨਹੀਂ ਲੈਣਾ। ਜੇ ਅਸੀਂ ਦੂਸਰਿਆਂ ਦਾ ਵੀ ਲੈਂਦੇ, ਵਿੱਚ ਹੀ ਖੁਦਾ ਦਾ ਨਾਮ ਵੀ ਲਈ ਜਾਂਦੇ, ਤਾਂ ਇੱਦਾਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ ਹੈ। ਤੇ ਚੌਥਾ ਹੁਕਮ ਹੈ ਕਿ ਐਤਵਾਰ ਨੂੰ ਸੰਗਤੀ ਕਰਨੀ। ਪੰਜਵਾਂ ਹੁਕਮ ਮਾਂ ਬਾਪ ਦੀ ਇੱਜ਼ਤ ਕਰਨਾ। ਛੇਵਾਂ ਹੁਕਮ ਖੂਨ ਨਹੀਂ ਕਰਨਾ। ਸੱਤਵਾਂ ਹੁਕਮ ਗੁਨਾਹ ਨਹੀਂ ਕਰਨਾ। ਅੱਠਵਾਂ ਹੁਕਮ ਚੋਰੀ ਨਹੀਂ ਕਰਨੀ। ਤੇ ਨੌਵਾਂ ਹੁਕਮ ਝੂਠੀ ਗਵਾਹੀ ਨਹੀਂ ਦੇਣੀ। 10ਵਾਂ ਹੁਕਮ ਗਵਾਂਢੀ ਦੀ ਚੀਜ਼ ਦਾ ਲਾਲਚ ਨਹੀਂ ਕਰਨਾ। ਜਦ ਇਹ ਵਚਨ ਜੋ ਹੁਕਮ ਮੈਂ ਬਚਪਨ ਤੋਂ ਸਿੱਖੇ ਸੀ, ਮੇਰੀ ਜ਼ਿੰਦਗੀ ਦੇ ਵਿੱਚ ਇੱਕ ਦਿਨ ਆਏ, ਤਾਂ ਮੈਂ ਸੋਚਿਆ ਕਿ ਪ੍ਰਭੂ ਜੀ ਤੇਰਾ ਵਚਨ ਤੇ ਦੱਸਦਾ ਕਿ ਮੇਰੇ ਸਾਹਮਣੇ ਤੇਰੇ ਅੱਗੇ ਕੋਈ ਦੂਸਰਾ ਦੇਵਤਾ ਨਹੀਂ ਹੋਣਾ ਚਾਹੀਦਾ, ਤੇ ਮੈਂ ਤਾਂ ਤੈਨੂੰ ਵੀ ਆਪਣੇ ਅੰਦਰ ਰੱਖਦੀ ਹੋਈ ਬਹੁਤ ਥਾਂ ਥਾਂ ਤੇ ਜਾ ਚੁੱਕੀ ਹਾਂ। ਇਸ ਲਈ ਮੇਰੀ ਜ਼ਿੰਦਗੀ 'ਚ ਛੁਟਕਾਰਾ ਨਹੀਂ ਹੈ, ਤੁਹਾਡਾ ਕ੍ਰੋਧ ਵੱਧ ਰਿਹਾ ਹੈ, ਮੈਂ ਤਾਂ ਸ਼ਿਫਾ ਨਹੀਂ ਪਾ ਸਕਦੀ। ਕਿਉਂਕਿ ਫਿਰ ਮੈਂ ਜਦ ਬਾਈਬਲ ਖੋਲ੍ਹੀ ਤਾਂ ਮੈਨੂੰ ਵਚਨ ਮਿਲਿਆ ਸੰਤ ਲੂਕਾ ਦੀ ਅੰਜੀਲ, ਉਸ ਦਾ 9 ਬਾਬ, ਉਸ ਦੀ 35 ਐਤ ਵਿੱਚ ਲਿਖਿਆ ਹੈ, ਕਿਉਂਕਿ ਪਰਮੇਸ਼ਵਰ ਜੀ ਦੀ ਆਵਾਜ਼ ਇੱਕ ਬੱਦਲ ਵਿੱਚੋਂ ਆਈ। ਉਸ ਬੱਦਲ ਵਿੱਚੋਂ ਇੱਕ ਆਵਾਜ਼ ਇਹ ਕਹਿੰਦੀ ਆਈ, ਜੋ ਇਹ ਮੇਰਾ ਪਿਆਰਾ ਪੁੱਤਰ ਹੈ, ਇਹਦੀ ਸੁਣੋ। ਮੈਂ ਸੋਚਿਆ ਹਾਂ ਪ੍ਰਭੂ ਜੀ, ਤੇਰਾ ਵਚਨ ਬਿਲਕੁਲ ਸੱਚ ਤੇ ਮੰਨਣ ਦੇ ਯੋਗ ਹੈ। ਮੈਂ ਅੱਜ ਤੋਂ ਬਾਅਦ ਯਿਸੂ ਤੋਂ ਬਗੈਰ ਕਿਸੇ ਦੀ ਵੀ ਨਹੀਂ ਸੁਣਾਂਗੀ। ਜਦ ਮੇਰੀ ਜ਼ਿੰਦਗੀ ਦੇ ਵਿੱਚ ਵਚਨ ਆਇਆ, ਮੈਂ ਘੁਟਨੇ ਲਗਾਏ, ਦਿਲ ਤੋੜ ਕੇ रो के प्रार्थना करनी शुरू कर ਦਿੱਤੀ। जब मैं प्रार्थना करनी शुरू कर ਦਿੱਤੀ तब प्रभु यीशु मसीह जी ने मेरी सुन ली। हालेलुया।
जो मैं बहुत तरह की मुसीबत विच फसी सी, मैं थां थां ते भटक चुकी सी, अपने परमेश्वर नूं भी अगे रखदी हुई ते दूसरिਆਂ नूं भी नाल नाल रखदी हुई मैं भटक चुकी सी। मैं चाहती सी कि मैं शिफा पावां पर कोई आराम नहीं सी। जिस दिन मैं वचन नूं सुणिया ते वचन नूं अपनी जिंदगी दे विच ग्रहण कीता कि यीशु दे नाम तो ही सब कुछ मिलदा है, क्योंकि परमेश्वर जी ने कहा यही मेरा प्यारा पुत्र है, तुसी एदी सुनो। ते असी अज सबना ने यीशु मसीह दी सुननी है, क्योंकि असी जानते कि यीशु मसीह ही साडा उद्धार करता है, ਉਹੀ ਸਾਨੂੰ छुटकारा दे सकता है। हालेलुया। क्योंकि असी पवित्र वचन दे विच जद असी देखते हाँ कि जिन्नियां ने यीशु दी सुनी, तो मैं प्रभु यीशु मसीह जी दी आवाज़ नूं सुनिया, मैं घुटने लगाए, मैं प्रार्थना च बैठ के दिल तोड़ के रो के प्रार्थना करनी शुरू कर दी और प्रभु यीशु मसीह जी ने भी मेरी सुन लई ते मैं उस सारियां दुष्ट आत्मावां दियां शक्तियां तो छुटकारा पाया। हालेलुया। ते अज प्रभु यीशु मसीह जी मैनू दुष्ट आत्मावां तो छुटकारा दे के जिहड़ियां दुष्ट आत्मावां मैनू तंग करदियां सी, अज प्रभु यीशु मसीह जी मैनू अपनी सामर्थ दे नाल भर के उन्हां दुष्ट आत्मावां नू तंग कर रहे आ। अज तुसी भी यीशु दी आवाज़ सुनोगे तो यीशु भी तुहाडी आवाज़ सुनेगा। वो दुष्ट आत्मावां भी यीशु दी आवाज़ नूं सुनदियां ते चीकां मारदियां दौड़ जांदियां। हालेलुया। क्योंकि खुदा दी बाणी दे विच लिखिया ना, यो लाजर 4 दिन दा मुर्दा सी, 4 दिन दा कबर विच मुर्दा सी। यीशु मसीह ने उसनों जाके आवाज़ मारी, हे लाजर कबर चो बाहर निकला। उस मुर्दे ने भी यीशु दी आवाज़ सुन लई। बोलो हालेलुया। फिर अज तुसी क्यों नहीं सुनते? सानू भी सुननी चाहिए है। जिस दिन तो मैं आवाज़ सुनी, यीशु ने मेरी सुन ली तो यीशु मसीह जी ने मैनू अपने काम दे लई खड़िया कीता ते अज मैं प्रभु यीशु मसीह जी दे काम नू कर रही हैं। तो प्रभु जी मैनू इस्तेमाल कर रहे थे, उन्हां रूहां नू बचा रहे जो बड़ियां मुश्किलां मुसीबतां दे विच फसियां पईयां। अज तुसी भी सुनोगे तो प्रभु यीशु मसीह जी तुहानू भी खड़िया कर सकदे, तुहानू भी इस्तेमाल कर सकदे आ, क्योंकि यीशु दी आवाज़ मुर्दे भी सुनते हैं। जद एक विधवा दा बेटा मर गया, उसनों चुक के दफनाउण दे लई लैके जा रहे आ तो यीशु मसीह जी लंघ रहे उत्थों दी, उसने यीशु दी आवाज़ सुनी तो मुर्दा उठ के बैठ गया। हालेलुया। जॉर्ज दी बेटी मर चुकी सी, जॉर्ज यीशु मसीह नूं अपने घरे लेके गया। उस तो पहले उसके परिवार वाले ने बहुत तंत्रिक मंत्रिक वालियां नूं बुलाया सी, वो उस मुर्दे नूं जिंदा करना चाहुंदे सी पर कर नहीं सके। मुर्दे जिंदे यीशु दे नाम तो होंदे आ। यीशु मसीह जद गए तो यीशु मसीह ने उस कन्या दा हथ फड़िया, उसनूं कहा कन्या उठ। वो बेटी उठ के बैठ गई। हालेलुया। वो मुर्दी बेटी ने भी यीशु की आवाज़ नूं सुनिया ते उठ के बैठ गई। अज मुर्दे भी यीशु की आवाज़ नूं सुनते हैं ते कबरां चों बाहर निकल आउंदे आ। हालेलुया। पानी भी यीशु की आवाज़ नूं सुनते आ। जद यीशु मसीह किश्ती विच सी तां समुंदर दीयां लहरां वधन लगियां, किश्ती डुब्बण लगी तां यीशु मसीह ने उस पौण नूं ते पानी नूं दबकाया और पौण थम गई, क्योंकि पानी ते पौण भी यीशु की आवाज़ नूं सुनते हैं। फिर तुसी भी सुनोगे तो आशीष नूं पाओगे। हालेलुया। क्योंकि जो पत्थर ने वो भी यीशु की आवाज़ नूं सुनते हैं ते भूत भी यीशु की आवाज़ नूं सुनते हैं। ये जिन्ना पाइयां दे विच पैणां दे विच भूत सी, जद असीं बाइबल दे विच पढ़ के देखते हैं ते जद यीशु मसीह जी ने उन्होंने डांटिया, हे दुष्ट आत्माओं इन्हां दे विचों बाहर निकल जाओ, उस टाइम दुष्ट आत्मावां उन्होंने छड्ड के चलियां गईयां। हालेलुया। भूत भी यीशु की आवाज़ सुनते हैं ते मनते हैं कि यीशु मसीह सब कुछ कर सकता ते डरते हैं, पर असीं डरते नहीं हैं। जे असी सुनते हाँ, मनते हाँ ते चलते नहीं हैं
ਫਿਰ ਸਾਡੇ 'ਚ ਤੇ ਉਹਨਾਂ ਦੁਸ਼ਟ ਆਤਮਾਵਾਂ 'ਚ ਕੋਈ ਫਰਕ ਨਹੀਂ ਹੈ। ਉਹ ਵੀ ਸੁਣਦੀਆਂ ਵੀ ਹੈ, ਮੰਨਦੀਆਂ ਵੀ ਹੈ, ਡਰਦੀਆਂ ਵੀ ਹੈ, ਪਰ ਚੱਲਦੀਆਂ ਨਹੀਂ ਵਚਨ ਤੇ। ਜੇ ਚੱਲਦੀਆਂ ਨਹੀਂ ਆ, ਜੇ ਚੱਲਣ ਤਾਂ ਉਹ ਧਰਮੀ ਬਣ ਜਾਣ। ਜੇ ਅਸੀਂ ਚੱਲਦੇ ਨਹੀਂ ਆ ਤੇ ਅਸੀਂ ਉਹਨਾਂ ਨਾਲੋਂ ਘੱਟ ਨਹੀਂ, ਅਸੀਂ ਵੀ ਫਿਰ ਉਹੀ ਹਾਂ। ਜੇ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੀ ਆਵਾਜ਼ ਨੂੰ ਸੁਣਨਾ ਹੈ ਤੇ ਅਸੀਂ ਸੁਣ ਕੇ ਚੱਲਣਾ ਹੈ, ਜਿਵੇਂ ਯਿਸੂ ਸਾਨੂੰ ਸਿਖਾਉਂਦਾ ਹੈ, ਜਿਵੇਂ ਉਹ ਸਾਨੂੰ ਕਹਿੰਦੇ ਅਸੀਂ ਉੱਦਾਂ ਕਰਨਾ ਹੈ। ਜਿਵੇਂ ਉਹ ਸਾਨੂੰ ਕਹਿੰਦੇ ਹੈ ਕਿ ਤੁਸੀਂ ਨਸ਼ਾ ਨਹੀਂ ਕਰਨਾ, ਨਸ਼ਾ ਕਰਨ ਵਾਲਾ ਬੰਦਾ ਸਵਰਗ ਨਹੀਂ ਜਾ ਸਕਦਾ। ਤੁਸੀਂ ਚੋਰੀ ਨਹੀਂ ਕਰਨੀ, ਝੂਠ ਨਹੀਂ ਬੋਲਣਾ, ਤੁਸੀਂ ਗਾਲ ਨਹੀਂ ਕੱਢਣੀ। ਅਸੀਂ ਇਹਨਾਂ ਕੰਮਾਂ ਨੂੰ ਛੱਡਣਾ ਹੈ। ਆਓ ਅੱਜ ਯਿਸੂ ਦੀ ਸੁਣੀਏ। ਯਿਸੂ ਮਸੀਹ ਕਹਿੰਦੇ ਜੋ ਮੇਰੇ ਤੇ ਇੱਛਾ ਕਰੇਗਾ ਔਰ ਬਪਤਿਸਮਾ ਲਵੇਗਾ ਉਹ ਬਚਾਇਆ ਜਾਵੇਗਾ। ਜੇ ਅਸੀਂ ਅੱਜ ਬਚਣਾ ਚਾਹੁੰਦੇ ਹਾਂ, ਉਹਦੀ ਸੁਣੀਏ, ਉਹ ਸਾਨੂੰ ਬਚਾਉਣਾ ਚਾਹੁੰਦਾ ਹੈ। ਅੱਜ ਅਸੀਂ ਸੁਣ ਕੇ ਅਣਸੁਣਨਾ ਜਿਹਾ ਕਰ ਦਿੰਦੇ ਹਾਂ। ਜੇ ਅਸੀਂ ਅਣਸੁਣਨਾ ਕਰ ਦੇਵਾਂਗੇ ਤਾਂ ਅਸੀਂ ਕੁਝ ਪ੍ਰਾਪਤ ਨਹੀਂ ਕਰ ਸਕਦੇ। ਅਸੀਂ ਸੁਣਨਾ ਹੈ ਤੇ ਅਸੀਂ ਸੁਣ ਕੇ ਤੇ ਚੱਲਣਾ ਹੈ ਖੁਦਾ ਦੇ ਵਚਨ ਤੇ। ਜਦ ਅਸੀਂ ਚੱਲਾਂਗੇ ਤਾਂ ਸਾਰੀਆਂ ਬਰਕਤਾਂ ਸਾਡੇ ਪਿੱਛੇ ਪੈ ਕੇ ਸਾਨੂੰ ਮਿਲ ਜਾਣਗੀਆਂ। ਜੇ ਅੱਜ ਅਸੀਂ ਉਹਦੀ ਆਵਾਜ਼ ਸੁਣਾਂਗੇ ਤਾਂ ਉਹ ਸਾਡੀ ਸੁਣੇਗਾ ਤੇ ਜਿਸ ਚੀਜ਼ ਦੀ ਸਾਨੂੰ ਜ਼ਰੂਰਤ ਹੈ ਉਹ ਮੁਹੱਈਆ ਕਰੇਗਾ। ਹਾਲੇਲੂਇਆ। ਮੈਂ ਪ੍ਰਭੂ ਯਿਸੂ ਮਸੀਹ ਜੀ ਦੀ ਆਵਾਜ਼ ਨੂੰ ਸੁਣਿਆ, ਮੈਂ ਘੁਟਨੇ ਲਗਾਏ, ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ। ਉਸ ਦਿਨ ਤੋਂ ਹੀ ਪ੍ਰਭੂ ਯਿਸੂ ਮਸੀਹ ਜੀ ਨੇ ਮੇਰੀ ਸੁਣੀ ਔਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਛੁਟਕਾਰੇ ਨੂੰ ਪਾਇਆ, ਸ਼ਿਫਾ ਨੂੰ ਪਾਇਆ। ਔਰ ਅੱਜ ਪ੍ਰਭੂ ਯਿਸੂ ਮਸੀਹ ਜੀ ਮੈਨੂੰ ਸ਼ਿਫਾ ਦੇ ਕੇ ਆਪਣੇ ਕੰਮਾਂ ਦੇ ਲਈ ਇਸਤੇਮਾਲ ਕਰ ਰਿਹਾ, ਅਲੱਗ ਅਲੱਗ ਥਾਂ 'ਤੇ ਲੈ ਕੇ ਜਾ ਰਿਹਾ। ਜੋ ਲੋਕ ਦੁੱਖ ਬਿਮਾਰੀਆਂ ਦੇ ਵਿੱਚ ਜਕੜੇ ਪਏ ਆ, ਦੁਸ਼ਟ ਆਤਮਾਵਾਂ ਦੇ ਵਿੱਚ, ਪ੍ਰਭੂ ਯਿਸੂ ਮਸੀਹ ਜੀ ਆਪਣੀ ਸਾਮਰਥ ਦੇ ਦੁਆਰਾ ਆਪਣੀ ਦਾਸੀ ਨੂੰ ਇਸਤੇਮਾਲ ਕਰ ਰਿਹਾ। ਔਰ ਕਿਉਂਕਿ ਸਾਨੂੰ ਸਭਨਾਂ ਨੂੰ ਪ੍ਰਭੂ ਯਿਸੂ ਮਸੀਹ ਦੀ ਆਵਾਜ਼ ਨੂੰ ਸੁਣਨਾ ਚਾਹੀਦਾ, ਕਿਉਂਕਿ ਸਾਡੇ ਪਿਤਾ ਦਾ ਹੁਕਮ ਹੈ। ਕਿਉਂਕਿ ਜੋ ਵੀ ਸਾਡਾ ਬਾਪ ਸਾਨੂੰ ਕਹਿੰਦਾ ਹੈ, ਸਾਨੂੰ ਆਪਣੇ ਬਾਪ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ। ਕਿਉਂਕਿ ਉਹਨਾਂ ਦਾ ਹੁਕਮ ਹੈ ਕਿ ਯਿਸੂ ਹੀ ਮੇਰਾ ਪਿਆਰਾ ਪੁੱਤਰ ਹੈ, ਤੁਸੀਂ ਉਹਦੀ ਸੁਣੋ। ਕਿਉਂਕਿ ਸਾਨੂੰ ਸਭ ਨੂੰ ਸੁਣਨੀ ਚਾਹੀਦੀ। ਜੇ ਅਸੀਂ ਸੁਣਾਂਗੇ ਤਾਂ ਉਹ ਸਾਡੀ ਸੁਣੇਗਾ, ਤਾਂ ਅਸੀਂ ਹਰ ਮੁਸ਼ਕਲ ਦੇ ਵਿੱਚੋਂ ਬਾਹਰ ਆ ਜਾਵਾਂਗੇ। ਕਿਉਂਕਿ ਯਿਸੂ ਮਸੀਹ ਦੀ ਆਵਾਜ਼ ਨੂੰ ਮੁਰਦੇ ਵੀ ਸੁਣਦੇ ਹੈ। ਜਦ ਲਾਜ਼ਰ 4 ਦਿਨ ਦਾ ਮੁਰਦਾ ਕਬਰ ਵਿੱਚ ਪਿਆ ਸੀ, ਯਿਸੂ ਮਸੀਹ ਨੇ ਕਬਰ ਦੇ ਕੋਲ ਜਾ ਕੇ ਆਵਾਜ਼ ਮਾਰੀ, ਹੇ ਲਾਜ਼ਰ ਬਾਹਰ ਆ। ਲਾਜ਼ਰ ਕਬਰ ਦੇ ਵਿੱਚੋਂ ਬਾਹਰ ਆ ਗਿਆ। ਹਾਲੇਲੂਇਆ। ਜਦ ਇੱਕ ਯੋਰਸ ਦੀ ਬੇਟੀ ਮਰ ਗਈ ਸੀ, ਯੋਰਸ ਯਿਸੂ ਮਸੀਹ ਨੂੰ ਲੈਣ ਦੇ ਲਈ ਗਿਆ। ਯੋਰਸ ਦੇ ਪਰਿਵਾਰ ਵਾਲਿਆਂ ਨੇ ਹੋਰ ਵੀ ਬਹੁਤ ਸਾਰਿਆਂ ਨੂੰ ਤੰਤਰਿਕ ਮੰਤਰਿਕ ਕਰਨ ਵਾਲਿਆਂ ਨੂੰ ਬੁਲਾਇਆ ਸੀ। ਉਹ ਬਹੁਤ ਆਪਣਾ ਫੰਡਾ ਕਰ ਰਹੇ ਸੀ ਕਿ ਬੇਟੀ ਜਿੰਦੀ ਹੋ ਜਾਏ, ਪਰ ਬੇਟੀ ਜਿੰਦਾ ਨਹੀਂ ਸੀ ਹੋ ਰਹੀ। ਜਦ ਯਿਸੂ ਮਸੀਹ ਜੀ ਆਏ, ਯਿਸੂ ਮਸੀਹ ਨੇ ਸਾਰਿਆਂ ਨੂੰ ਬਾਹਰ ਕੱਢ ਦਿੱਤਾ। ਤਾਂ ਯਿਸੂ ਮਸੀਹ ਜੀ ਨੇ ਉਸ ਬੇਟੀ ਦਾ ਹੱਥ ਛੂਇਆ। ਯਿਸੂ ਨੇ ਕਿਹਾ ਹੈ ਕੰਨਿਆ ਉੱਠ। ਉਹ ਬੇਟੀ ਉੱਠ ਕੇ ਬੈਠ ਗਈ। ਬੋਲੋ ਹਾਲੇਲੂਇਆ। ਮੁਰਦੇ ਵੀ ਯਿਸੂ ਦੀ ਆਵਾਜ਼ ਨੂੰ ਸੁਣਦੇ ਐ ਤੇ ਪਾਣੀ ਵੀ ਯਿਸੂ ਦੀ ਆਵਾਜ਼ ਨੂੰ ਸੁਣਦੇ, ਤੇ ਪੌਣ ਵੀ ਯਿਸੂ ਦੀ ਆਵਾਜ਼ ਨੂੰ ਸੁਣਦੀ ਤੇ ਥੰਮ ਜਾਂਦੀ ਹੈ। ਜਿਸ ਦਿਨ ਯਿਸੂ ਕਿਸ਼ਤੀ ਵਿੱਚ ਸੀ, ਬਹੁਤ ਤੂਫਾਨ ਆਇਆ, ਕਿਸ਼ਤੀ ਡੁੱਬਣ ਲੱਗੀ, ਪਾਣੀ ਦੀਆਂ ਲਹਿਰਾਂ ਵਧਣ ਲੱਗੀਆਂ। ਯਿਸੂ ਮਸੀਹ ਜੀ ਨੇ ਪੌਣ ਤੇ ਪਾਣੀ ਨੂੰ ਦਬਕਾ ਮਾਰਿਆ ਤਾਂ ਉਸੇ ਟਾਈਮ ਹੀ ਥੰਮ ਗਈ। ਹਾਲੇਲੂਇਆ। ਕਿਉਂਕਿ ਪੌਣ ਤੇ ਪਾਣੀ ਵੀ ਯਿਸੂ ਦੀ ਆਵਾਜ਼ ਨੂੰ ਸੁਣਦੇ ਐ ਤੇ ਭੂਤ ਵੀ ਯਿਸੂ ਦੀ ਆਵਾਜ਼ ਨੂੰ ਸੁਣਦੇ ਐ। ਜਿਨ੍ਹਾਂ ਲੋਕਾਂ ਨੂੰ ਅਸੀਂ ਜਦ ਬਾਈਬਲ 'ਚ ਦੇਖਦੇ ਹਾਂ, ਭੂਤ ਚਿੰਬੜੇ ਸੀ, ਬਿਮਾਰੀਆਂ ਚਿੰਬੜੀਆਂ ਸੀ, ਔਰ ਯਿਸੂ ਮਸੀਹ ਨੇ ਜਦ ਜਾ ਕੇ ਉਹਨਾਂ ਬਿਮਾਰੀਆਂ ਨੂੰ ਛੂਇਆ, ਉਹਨਾਂ ਬਿਮਾਰੀਆਂ ਨੂੰ ਡਾਂਟਿਆ, ਬਿਮਾਰੀਆਂ ਚਲੀਆਂ ਗਈਆਂ। ਜਦ ਯਿਸੂ ਮਸੀਹ ਜੀ ਨੇ ਉਹਨਾਂ ਭੂਤਾਂ ਨੂੰ ਡਾਂਟਿਆ ਤੇ ਉਹ ਭੂਤ ਉਹਨਾਂ ਬੰਦਿਆਂ ਨੂੰ ਛੱਡ ਕੇ ਚਲੇ ਗਏ। ਹਾਲੇਲੂਇਆ। ਯਿਸੂ ਮਸੀਹ ਦੀ ਆਵਾਜ਼ ਭੂਤ ਵੀ ਸੁਣਦੇ ਐ, ਪਾਣੀ ਵੀ ਸੁਣਦੇ ਐ, ਮੁਰਦੇ ਵੀ ਸੁਣਦੇ ਐ। ਤੇ ਅਸੀਂ ਅੱਜ ਕਿਉਂ ਨਹੀਂ ਸੁਣਦੇ? ਸਾਨੂੰ ਵੀ ਯਿਸੂ ਮਸੀਹ ਦੀ ਆਵਾਜ਼ ਨੂੰ ਸੁਣਨਾ ਚਾਹੀਦਾ, ਕਿਉਂਕਿ ਸਾਡੇ ਬਾਪ ਦਾ ਹੁਕਮ ਹੈ
कि जे तुसी मेरी आवाज़ ਨੂੰ ਸੁਣੋਗੇ ਤਾਂ ਤੁਸੀਂ ਇਸ ਧਰਤੀ ਤੇ ਫਲਵੰਤ ਹੋਵੋਗੇ। तो उस पिता ने ही ये कहा है कि तुसी यस्सु दी आवाज़ ਨੂੰ सुनो, क्योंकि पिता पुत्र पवित्र आत्मा तीन मिला के एक है। उन्होंने कहा ये मेरा प्यारा पुत्र है यस्सु, तुसी ਇਹਦੀ सुनो। तो सानू यस्सु दी सुननी चाहिदी है, क्योंकि जब असी यस्सु दी सुनांगे ਤਾਂ ਅਸੀਂ ਬਲੈਸ ਹੁੰਦੇ ਜਾਵਾਂਗੇ। ਜਦ ਅਸੀਂ ਦੇਖਦੇ ਨਾ ਬਾਈਬਲ ਦੇ ਵਿੱਚ ਜਿਨ੍ਹਾਂ ਨੇ ਯਿਸੂ ਦੀ ਆਵਾਜ਼ ਨੂੰ ਸੁਣਿਆ, ਯਿਸੂ ਮਸੀਹ ਜੀ ਨੇ ਵੀ ਉਹਨਾਂ ਦੀ ਆਵਾਜ਼ ਨੂੰ ਸੁਣਿਆ ਤਾਂ ਉਹ ਬਲੈਸ ਹੋਏ। ਜਿਵੇਂ ਮੈਂ ਸੁਣਿਆ ਤਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਲੈਸਿੰਗ ਨੂੰ ਪ੍ਰਾਪਤ ਕੀਤਾ, ਔਰ ਪ੍ਰਭੂ ਯਿਸੂ ਮਸੀਹ ਜੀ ਅੱਜ ਆਪਣੀ ਦਾਸੀ ਨੂੰ ਇਸਤੇਮਾਲ ਕਰ ਰਿਹਾ। ਤਾਂ ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਵੀ ਅੱਜ ਪ੍ਰਭੂ ਦੀ ਆਵਾਜ਼ ਸੁਣੋਗੇ ਤਾਂ ਤੁਸੀਂ ਵੀ ਬਲੈਸ ਹੋਵੋਗੇ। ਤਾਂ ਪ੍ਰਭੂ ਯਿਸੂ ਮਸੀਹ ਜੀ ਤੁਹਾਨੂੰ ਵੀ ਆਪਣੇ ਕੰਮਾਂ ਦੇ ਲਈ ਇਸਤੇਮਾਲ ਕਰਨਗੇ। ਹਾਲੇਲੂਇਆ। ਸੋ ਅੱਜ ਦਾ ਪਵਿੱਤਰ ਵਚਨ ਪੜ੍ਹੇ ਸੁਣੇ ਜਾਣ ਤੇ ਸਭ ਦੇ ਲਈ ਬਹੁਤ ਸਾਰੀ ਆਸ਼ੀਸ਼ ਔਰ ਬਰਕਤ ਹੋਵੇ। ਪਿਤਾ ਪੁੱਤਰ ਪਵਿੱਤਰ ਆਤਮਾ ਜੀ, ਮੈਂ ਤੁਹਾਡੀ ਹਜ਼ੂਰੀ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਹਾਂ। ਪ੍ਰਭੂ ਯਿਸੂ ਨਾਸਰੀ ਜੀ, ਮੈਂ ਤੁਹਾਡੇ ਨਾਮ ਦੇ ਵਿੱਚ ਇਹਨਾਂ ਸਾਰੀਆਂ ਬਿਮਾਰੀਆਂ ਨੂੰ ਡਾਂਟਦੇ ਹਾਂ। ਯਿਸੂ ਦੇ ਨਾਮ 'ਚ ਬਿਮਾਰੀਆਂ ਇਹਨਾਂ ਨੂੰ ਛੱਡ ਕੇ ਚਲੀਆਂ ਜਾਣ। ਪ੍ਰਭੂ ਯਿਸੂ ਤੇਰੇ ਬੱਚੇ ਤੇਰੇ ਨਾਮ ਤੋਂ ਛੁਟਕਾਰੇ ਨੂੰ ਪ੍ਰਾਪਤ ਕਰਨ। और प्रभु यीशु जी, मैं विश्वास करती हाँ कि अज जिन्होंने ने भी तेरे पवित्र वचन नूं सुनिया है, अज इन्होंने सुन के बड़ी ब्लैसिंग नूं प्राप्त किया है। प्रभु यीशु मसीह जी, जिन्ने भी तेरे बच्चे इस प्रोग्राम नूं देख रहे आ, प्रभु जी तेरे बच्चे सब दे सब चंगे हो जान, जो भी दुखा बीमारियां दे विच है। प्रभु यीशु मसीह जी तेरे नाम तो अज छुटकारे नूं प्राप्त करन। मैं विश्वास करती कि अज जो तेरे वचनां नूं सुनिया है, और प्रभु जी इन्होंने बड़ी ब्लैसिंग नूं प्राप्त किया है। जो तेरे वचन नूं सुनदे हो बरकत नूं प्राप्त करते हैं। प्रभु जी जो अज तेरे बच्चे बैठे हैं जिन्हां दे विच बांझ है, प्रभु जिन्हां दे कोल बच्चों की बरकत नहीं है, मैं प्रार्थना करते हैं कि प्रभु यीशु मसीह जी के नाम दे बंद कुखा खुल जान, और यीशु मसीह तेरे नाम दे अंधे देखन, यीशु तेरे नाम च लंगड़े चलन, यीशु तेरे नाम च बहरे सुन। प्रभु यीशु मसीह जी तेरी महिमा एक एक रूह विच प्रकट हो जाए। सारी महिमा यीशु मसीह जी तेरे नाम नूं मिले। और प्रभु जी मैं प्रार्थना करते हैं जो टीवी चैनल दे लई कि मेरे प्रभु यीशु मसीह जी जिन्होंने अज इस प्रोग्राम नूं बहुत दूर तक पहुँचाया है, बहुत रूहां तक पहुँचाया है, मैं प्रार्थना करदे प्रभु जी इन्हां नूं ब्लैस करो, तां जो प्रभु तुहाडे बच्चे और भी तरक्कियां दे विच वधदे जाण, सफलता नूं प्राप्त करन। और प्रभु जी मैं प्रार्थना करदे तुहाडे दासां दे लई कि प्रभु जी अपने दासन अपने पवित्र वचनां दे और भी गहरे मुकाशवे दे के इस्तेमाल करो, तां जो बहुत सारियां रूहां नूं जित के तुहाडे चरनां 'च लगा